ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ। 18 ਸਾਲ ਦੀ ਉਮਰ 'ਚ ਤੁਸੀਂ ਹੇਅਰ ਟ੍ਰਾਂਸਪਲਾਂਟ ਕਰਾਇਆ ਹੋਏ ਫॉर ਸਿਕ ਪੈਟਰਨ ट्रैक्शन एलोपेशिया ਔਰ 27 ਸਾਲ ਦੀ ਉਮਰ 'ਚ ਤੁਹਾਡੀ ਇਹ ਹਾਲਤ ਹੋਏ, ਇਹ ਅਕਸਰ ਵੇਖਣ ਨੂੰ ਨਹੀਂ ਮਿਲਦਾ। ਇਸ ਪੇਸ਼ੈਂਟ ਨੇ 18 ਸਾਲ ਦੀ ਉਮਰ ਵਿੱਚ ਦਿੱਲੀ ਦੀ ਕਿਸੇ ਕਲੀਨਿਕ ਤੋਂ ਹੇਅਰ ਟ੍ਰਾਂਸਪਲਾਂਟ ਕਰਾਇਆ ਸੀ, ਦਿੱਲੀ ਦੀ ਕਿਸੇ ਫਰੈਂਚਾਈਜ਼ ਕਲੀਨਿਕ ਤੋਂ। ਪਹਿਲਾਂ ਤਾਂ ਸ਼ੁਰੂ 'ਚ ਬਹੁਤ ਵਧੀਆ ਰਿਜ਼ਲਟ ਆਇਆ, ਜੋ ਕਿ ਤੁਸੀਂ ਇਹ ਫੋਟੋਆਂ 'ਚ ਵੇਖ ਸਕਦੇ ਹੋ, ਬਟ ਹੌਲੀ-ਹੌਲੀ 2 ਤੋਂ 3 ਸਾਲਾਂ ਵਿੱਚ ਸਾਰੇ ਵਾਲ ਡਿੱਗਣ ਲੱਗ ਪਏ। ਹੁਣ ਇਹਦਾ ਕੀ ਕਾਰਨ ਹੋ ਸਕਦਾ ਹੈ, ਇਹ ਜਾਣਨ ਲਈ ਹੈਂਗ ਔਨ। ਸ਼ੀਸ਼ਾ ਫੜ ਲਓ। ਦੇਖੋ ਇਹ ਆ, ਵੀ ਆਰ ਨਾਟ ਆਲਟਰਿੰਗ ਦੀ हेयरलाइन ਉੱਤੇ ਰੱਖਣੀ ਹੈ ਨਾ। ਹਾਂਜੀ, ਬਸ ਇਹ ਵਾਲਾ ਏਰੀਆ ਫਿਲ ਕਰਨਾ ਹੈ, ਹੋਰ ਕੀ ਕਰਨਾ ਦੱਸੋ। ਔਰ ਤੁਸੀਂ ਕਿਹਾ ਸੀਗਾ ਇਹਨੂੰ ਐਡਵਾਂਸ ਕਰਨਾ ਹੈ ਨਾ। ਹਾਂਜੀ, ਥੋੜਾ ਜਿਹਾ ਕਰ ਦਾਂਗੇ ਬਸ। ठीक है, ठीक है, ਲੋੜ ਹੈਗੀ ਸਰ कर लेना चाहिए क्योंकि वो चौड़ा है मत्था। ਜੇ ਮੈਂ ਕਿਹਾ ਇੱਥੇ ਜੇ ਇਹੀ ਗਰਾਟ ਇੱਥੇ ਲੱਗਣ ਦੇ ਉਹ ਤੇ ਲਗਾਣੀ ਹੈ ਅਸੀਂ ਮੈਕਸਿਮਮ। ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। ਜਦੋਂ ਕਦੀ ਇਸ ਤਰ੍ਹਾਂ ਹੇਅਰ ਟ੍ਰਾਂਸਪਲਾਂਟ ਫੇਲ ਹੁੰਦਾ ਹੈ, ਤੁਸੀਂ ਅਕਸਰ ਸੋਚਦੇ ਹੋ ਕਿ ਸ਼ਾਇਦ ਕੋਈ ਟੈਕਨੀਕ 'ਚ ਫਰਕ ਹੋਏਗਾ, ਟੈਕਨੀਕ ਮਾੜੀ ਹੋਏਗੀ, ਜਾਂ ਫਿਰ ਮੇਰੀ ਬੋਡੀ ਨੇ ਹੀ ਵਾਲ ਐਕਸੈਪਟ ਨਹੀਂ ਕੀਤੇ। ਪਰ ਇਸ ਕੇਸ ਵਿੱਚ ਇਹ ਦੋਵੇਂ ਰੀਜ਼ਨ ਬੇਬੁਨਿਆਦ ਨੇ, ਕਿਉਂਕਿ ਪਹਿਲਾਂ ਤੇ ਇਸ ਪੇਸ਼ੈਂਟ ਦੇ ਵਾਲ ਉੱਗੇ ਸੀਗੇ, ਬੜੇ ਵਧੀਆ ਉੱਗੇ ਸੀ, ਸੰਘਣੇ ਸੀਗੇ, ਜੋ ਤੁਸੀਂ ਪਿਕਚਰਸ ਵੇਖ ਸਕਦੇ ਹੋ। ਹੀ ਵਾਸ ਪ੍ਰਾਊਡ ਆਫ ਹਿਸ ਹੇਅਰ ਟ੍ਰਾਂਸਪਲਾਂਟ ਰਿਜ਼ਲਟ। ਬਟ ਹੌਲੀ-ਹੌਲੀ 2 ਤੋਂ 3 ਵਰਿਆਂ ਬਾਅਦ ਇਹਦੀ ਹਾਲਤ ਉਹੀ ਹੋ ਗਈ ਜੋ ਹੇਅਰ ਟ੍ਰਾਂਸਪਲਾਂਟ ਤੋਂ ਪਹਿਲਾਂ ਸੀ। ਇਹੋ ਹੀ ਗੱਲ ਮੈਂ ਬਾਰ-ਬਾਰ ਦੁਹਰਾਉਂਦਾ ਰਹਿੰਦਾ ਹਾਂ ਕਿ ਹੇਅਰ ਟ੍ਰਾਂਸਪਲਾਂਟ ਸਿਰਫ ਵਾਲਾਂ ਨੂੰ ਪਿੱਛੋਂ ਅੱਗੇ ਮੂਵ ਕਰਨਾ ਹੀ ਨਹੀਂ ਹੁੰਦਾ। Hair transplant is a whole lot of care, a whole lot of medication which has to be followed for certain indications, for certain patient groups, not for everybody. अगर ਤੁਹਾਡਾ हेयर transplant सिर्फ सिक पैटर्न ट्रैक्शन एलोपेशिया है, ਤੁਹਾਨੂੰ ਮੈਡੀਸਨ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਮੈਡੀਸਨ ਸਿਰਫ DHT ਨੂੰ ਬਲੌਕ ਕਰਨ ਵਾਸਤੇ ਹੁੰਦੀਆਂ ਨੇ, ਔਰ ਇਹ ਮੈਕੈਨੀਕਲ ਪੁੱਲ ਦੇ ਕਾਰਨ ਤੁਹਾਡੇ ਵਾਲ ਖਿੱਚੇ ਗਏ ਨੇ, ਜਿਹਦੇ ਨਾਲ ਮੇਲ ਪੈਟਰਨ ਬਾਲਡਨੈਸ ਦਾ ਕੋਈ ਲੈਣਾ ਦੇਣਾ ਹੈ ਹੀ ਨਹੀਂ। ਸੋ ਸਿਕ ਪੈਟਰਨ हेयर transplant ਵਿੱਚ ਮੈਡੀਸਿਨਸ ਲੈਣ ਦਾ ਕੋਈ ਮਤਲਬ ਨਹੀਂ ਹੁੰਦਾ। ਤੇ ਫਿਰ ਤੁਸੀਂ ਪੁੱਛੋਗੇ ਕਿ ਐਸ ਪੇਸ਼ੈਂਟ ਵਿੱਚ ਵਾਲ ਕਿਵੇਂ ਝੜ ਗਏ। ਐਸ ਪੇਸ਼ੈਂਟ 'ਚ ਵਾਲ ਝੜ ਗਏ ਕਿਉਂਕਿ ਇਹਨੇ ਆਪਣੇ ਡਾਕਟਰ ਦੇ ਨਾਲ ਜ਼ਿਆਦਾ ਟਾਈਮ ਸਪੈਂਡ ਨਹੀਂ ਕੀਤਾ। ਜਿਹੜਾ ਡਾਕਟਰ ਇਹਨੂੰ ਟ੍ਰੀਟ ਕਰ ਰਿਹਾ ਸੀ, ਉਹਨੇ ਇਹਨਾਂ ਨੂੰ ਐਗਜ਼ਾਮਿਨ ਨਹੀਂ ਕੀਤਾ, ਇਹਨਾਂ ਦੀ ਫੈਮਿਲੀ ਹਿਸਟਰੀ ਆਫ ਬਾਲਡਨੈਸ ਨਹੀਂ ਸਮਝੀ, ਇਹਨਾਂ ਦਾ ਡੋਨਰ ਏਰੀਆ ਚੰਗੀ ਤਰ੍ਹਾਂ ਐਗਜ਼ਾਮਿਨ ਨਹੀਂ ਕੀਤਾ ਫॉर ਮਿਨੀਏਚਰਾਈਜੇਸ਼ਨ ਜਾਂ ਨਾਨ ਪਰਮਨੈਂਸੀ। ਸੋ ਇਹਦੇ ਨਾਲ ਕੀ ਹੋਇਆ ਕਿ ਸਿਕ ਪੈਟਰਨ ਟ੍ਰੈਕਸ਼ਨ ਐਲੋਪੇਸ਼ੀਆ ਵਾਸਤੇ ਇਹਨਾਂ ਨੇ 18 ਸਾਲ ਦੀ ਉਮਰ ਤੇ ਹੇਅਰ ਟ੍ਰਾਂਸਪਲਾਂਟ ਕਰ ਦਿੱਤਾ, ਜੋ ਕਿ ਕਰ ਸਕਦੇ ਹੋ। ਸਿਕ ਪੈਟਰਨ ਟ੍ਰੈਕਸ਼ਨ ਐਲੋਪੇਸ਼ੀਆ ਦਾ 18 ਸਾਲ 'ਚ ਹੇਅਰ ਟ੍ਰਾਂਸਪਲਾਂਟ ਆਰਾਮ ਨਾਲ ਕਰ ਸਕਦੇ ਹੋ, ਕਿਉਂਕਿ ਇਹ ਮੇਲ ਪੈਟਰਨ ਬਾਲਡਨੈਸ ਨਹੀਂ ਹੈ, ਡੋਨਰ ਏਰੀਆ ਤੁਹਾਡਾ ਹਮੇਸ਼ਾ ਲਈ ਪਰਮਨੈਂਟ ਹੁੰਦਾ ਹੈ। ਲੇਕਿਨ ਅਗਰ ਤੁਸੀਂ ਉਹਦੀ ਹਿਸਟਰੀ ਨਹੀਂ ਲਈ, ਉਹਦੀ ਫੈਮਿਲੀ ਹਿਸਟਰੀ ਨਹੀਂ ਲਈ, ਅਗਰ ਉਹਦੀ ਫੈਮਿਲੀ ਹਿਸਟਰੀ ਵਿੱਚ ਕਾਫੀ ਲੋਕਾਂ ਨੂੰ ਗੰਜਾਪਨ ਹੈ, ਕਾਫੀ ਲੋਕਾਂ ਦੇ ਵਿੱਚ ਮੇਲ ਪੈਟਰਨ ਬਾਲਡਨੈਸ ਦੀ ਜੀਨ ਹੈ, ਫਿਰ ਇਹ ਪ੍ਰੋਬਲਮ ਹੀ ਪ੍ਰੋਬਲਮ ਹੈ। ਇਹ ਪੇਸ਼ੈਂਟ ਦੇ ਵਾਲ 18 ਸਾਲ ਦੀ ਉਮਰ 'ਚ ਅਗਰ ਹੇਅਰ ਟ੍ਰਾਂਸਪਲਾਂਟ ਹੋਏ, ਇਹ ਟਿਕਣਗੇ ਨਹੀਂ। ਟਿਕਣ ਦਾ ਬਸ ਇੱਕੋ ਹੀ ਜ਼ਰੀਆ ਹੈ ਕਿ ਅਗਰ ਚੰਗੀ ਤਰ੍ਹਾਂ ਤੁਸੀਂ ਇਹਦੀ ਇਵੈਲੂਏਸ਼ਨ ਕੀਤੀ ਹੁੰਦੀ ਔਰ ਇਹਨੂੰ ਮੈਡੀਕਲ ਟ੍ਰੀਟਮੈਂਟ ਤੇ ਪਾਇਆ ਹੁੰਦਾ, ਤੇ ਪੇਸ਼ੈਂਟ ਦੇ ਵਾਲ ਹਾਲੇ ਵੀ 9 ਸਾਲਾਂ ਬਾਅਦ ਕਾਇਮ ਰਹਿਣੇ ਸੀਗੇ। ਅਗਰ ਵਾਲ ਤੁਹਾਡੇ ਪਰਮਨੈਂਟ ਹੈ ਹੀ ਨਹੀਂ, ਤੇ ਉਹ ਕਿੱਥੋਂ ਉੱਗਣਗੇ? ਅਗਰ ਉੱਗ ਵੀ ਗਏ, ਦੇ ਵਿਲ ਨਾਟ ਸਟੇ ਫॉर ਅ ਲੌਂਗ ਟਾਈਮ। ਸੋ ਇਹ ਪੇਸ਼ੈਂਟ ਹੇਅਰ ਟ੍ਰਾਂਸਪਲਾਂਟ ਤੋਂ ਬਾਅਦ ਜਦੋਂ ਵਾਲ ਝੜ ਗਏ, ਬੰਡਾਨਾ ਪਾਉਣ 'ਚ ਮਜਬੂਰ ਹੋ ਗਿਆ। ਕਈ ਵਾਰ ਇਹ ਵਿਗ ਪਾ ਲੈਂਦੇ ਨੇ ਫਰੰਟਲ ਹੇਅਰਲਾਈਨ ਨੂੰ ਲੁਕਾਉਣ ਵਾਸਤੇ, ਤੇ ਇਸ ਕਰਕੇ ਤੁਸੀਂ ਦੇਖੋਗੇ ਕਾਫੀ ਲਾਲੀ ਹੈ ਇਨ ਦ ਬਾਲਡ ਜ਼ੋਨ। ਔਰ ਹੇਅਰ ਟ੍ਰਾਂਸਪਲਾਂਟ ਇੱਕ ਵਾਰ ਫੇਲ ਹੋ ਜਾਂਦਾ ਹੈ ਤਾਂ ਤੁਸੀਂ ਕਾਫੀ ਕੁਝ ਲੂਜ਼ ਕਰਦੇ ਹੋ। ਤੁਹਾਡੇ ਵਾਲ ਜਿਹੜੇ ਗਰੋ ਨਹੀਂ ਕੀਤੇ, ਉਹ ਹਮੇਸ਼ਾ ਵਾਸਤੇ ਚਲੇ ਗਏ। ਇਹ ਨਹੀਂ ਕਿ ਤੁਸੀਂ ਇਹਨੂੰ ਸਮਝੋ ਕਿ ਇਹ ਟ੍ਰੀਟਮੈਂਟ ਇਜ਼ ਲਾਈਕ ਅ ਵਿਜ਼ਿਟ ਟੂ ਅ ਸੈਲੂਨ। ਇਟ ਇਜ਼ ਨਾਟ। ਸੈਲੂਨ ਵਿੱਚ ਅਗਰ ਕੋਈ ਕੰਮ ਖਰਾਬ ਹੁੰਦਾ ਹੈ, ਤੁਸੀਂ ਵਾਲ ਤੁਹਾਡੇ ਫਿਰ ਤੋਂ ਉੱਗ ਜਾਂਦੇ ਨੇ, ਤੁਸੀਂ ਅਗਲੀ ਵਾਰ ਫਿਰ ਤੋਂ ਹੇਅਰ ਕੱਟ ਵਧੀਆ ਕਰ ਸਕਦੇ ਹੋ। ਪਰ ਹੇਅਰ ਟ੍ਰਾਂਸਪਲਾਂਟ ਵਿੱਚ ਕਿਉਂਕਿ ਤੁਹਾਡੇ ਵਾਲ ਜਿਹੜੇ ਨੇ ਸਿਰ ਦੇ ਪਿੱਛੇ ਦੇ, ਉਹ ਗਿਣਤੀ ਦੇ ਨੇ, ਦੇ ਆਰ ਲਿਮਿਟਿਡ। ਅਗਰ ਤੁਹਾਡਾ ਹੇਅਰ ਟ੍ਰਾਂਸਪਲਾਂਟ ਫੇਲ ਹੋ ਜਾਂਦਾ ਹੈ, ਬੜਾ ਮੁਸ਼ਕਿਲ ਹੈ ਉਹਨੂੰ ਰਿਵਾਈਜ਼ ਕਰਨਾ, ਉਹਨੂੰ ਕਰੈਕਟ ਕਰਨਾ, ਕਿਉਂਕਿ ਤੁਹਾਡੀ ਜਿਹੜੀ ਰਿਸੋਰਸ ਹੀ ਨਹੀਂ ਰਹੀ। ਤੁਸੀਂ ਹੇਅਰ ਟ੍ਰਾਂਸਪਲਾਂਟ ਅੱਗੇ ਕਿਵੇਂ ਕਰੋਗੇ? ਇੱਕ ਵਾਰ ਤੇ ਕਰ ਲੋਗੇ, ਅਗਰ ਤੁਹਾਡੀ ਬਾਲਡਨੈਸ ਫਿਰ ਤੋਂ ਪ੍ਰੋਗਰੈਸ ਕਰਦੀ ਰਹੀ, ਬਾਰ-ਬਾਰ ਤੁਸੀਂ ਮੈਡੀਸਨ ਤੋਂ ਬਿਨਾ ਆਪਣੇ ਵਾਲਾਂ ਨੂੰ ਕਾਇਮ ਨਹੀਂ ਰੱਖ ਸਕਦੇ। ਯੂ ਕੈਨੋਟ ਪ੍ਰੀਵੈਂਟ ਯੋਰ ਹੇਅਰ ਲਾਸ ਫਰਮ ਪ੍ਰੋਗਰੈਸਿੰਗ ਅਨਲੈਸ ਯੂ ਆਰ ਔਨ ਮੈਡੀਕੇਸ਼ਨ। ਇਹ ਸਮਝਣਾ ਬਹੁਤ ਜ਼ਰੂਰੀ ਹੈ। ਹੇਅਰ ਟ੍ਰਾਂਸਪਲਾਂਟ ਵਾਸਤੇ ਸਿੱਧੇ ਤੁਸੀਂ ਅੰਨ੍ਹੇਵਾਹ ਹੇਅਰ ਟ੍ਰਾਂਸਪਲਾਂਟ ਕਰਾ ਲਿਆ, ਦੈਟ ਇਜ਼ ਨਾਟ ਸਫੀਸ਼ੀਐਂਟ। ਪਛਤਾਓਗੇ ਤੁਸੀਂ। ਅ ਫੇਲਡ ਹੇਅਰ ਟ੍ਰਾਂਸਪਲਾਂਟ ਲੁਕਸ ਸੋ ਮਿਜ਼ਰੇਬਲ, ਕਿੰਨਾ ਗੰਦਾ ਲੱਗਦਾ ਹੈ। ਉਹਦੇ ਤੋਂ ਵਧੀਆ ਤੇ ਹੈ ਗੰਜੇ ਰਹਿ ਲਓ। ਦੇਰ ਇਜ਼ ਨੋ ਪ੍ਰੋਬਲਮ ਇਨ ਦੈਟ। ਐਵਰੀਬਡੀ ਐਕਸੈਪਟਸ ਦੇਰ ਆਰ ਸੋ ਮੈਨੀ ਪੀਪਲ ਹੂ ਆਰ ਬਾਲਡ, ਹੂ ਆਰ ਰੋਮਿੰਗ ਅਰਾਊਂਡ। ਪਰ ਗੰਦੇ ਹੇਅਰ ਟ੍ਰਾਂਸਪਲਾਂਟ ਦੇ ਨਾਲ ਰੋਮ ਅਰਾਊਂਡ ਕਰਨਾ ਇਨ ਸੋਸਾਇਟੀ looks very bad।
ਆਮ ਧਾਰਨਾ ਹੈ ਕਿ हेयर ट्रांसप्लांट ਤੋਂ ਬਾਅਦ ਸਾਰੀ ਲਾਈਫ ਵਾਸਤੇ ਤੁਹਾਨੂੰ ਮੈਡੀਕਲ ਟ੍ਰੀਟਮੈਂਟ ਲੈਣੀ ਪੈਂਦੀ ਹੈ। ਇਸ ਤਰ੍ਹਾਂ ਨਹੀਂ ਹੈ। ਅਗਰ ਤੁਹਾਨੂੰ ਮੇਲ ਪੈਟਰਨ ਬਾਲਡਨੈਸ ਹੈ ਔਰ ਉਹ ਪ੍ਰੋਗਰੈਸਿਵ ਹੈ ਬਾਲਡਨੈਸ, ਤੁਹਾਨੂੰ ਮੈਡੀਸਨ 35 ਸਾਲ ਤੱਕ ਜਾਂ ਮੈਕਸਿਮਮ 40 ਸਾਲ ਤੱਕ ਹੀ ਲੈਣੀ ਹੈ। 40 ਸਾਲ ਤੋਂ ਬਾਅਦ ਪ੍ਰੋਗਰੈਸ਼ਨ ਆਫ ਬਾਲਡਨੈਸ ਬਹੁਤ ਸਲੋ ਹੋ ਜਾਂਦਾ ਹੈ। ਇਹਦੇ ਤੋਂ ਬਾਅਦ ਮੈਡੀਸਨ ਤੁਸੀਂ ਬਹੁਤ ਲੋ ਡੋਜ਼ ਕਰ ਸਕਦੇ ਹੋ ਜਾਂ ਬਿਲਕੁਲ ਬੰਦ ਕਰ ਸਕਦੇ ਹੋ ਅਗਰ ਵਾਲ ਝੜਨੇ ਬੰਦ ਹੋ ਗਏ ਨੇ। ਸੋ ਯੂ ਹੈਵ ਟੂ ਬੀ ਇਨ ਟੱਚ ਵਿਦ ਦ ਡਾਕਟਰ ਫਰੋਮ ਟਾਈਮ ਟੂ ਟਾਈਮ। ਇਹ ਤੁਹਾਨੂੰ ਡਾਕਟਰ ਹੀ ਐਡਵਾਈਸ ਕਰ ਸਕਦਾ ਹੈ ਕਿ ਕਦੋਂ ਮੈਡੀਸਨ ਦੀ ਡੋਜ਼ ਵਧਾਉਣੀ ਹੈ, ਕਦੋਂ ਮੈਡੀਸਨ ਦੀ ਡੋਜ਼ ਘਟਾਉਣੀ ਹੈ ਔਰ ਕਦੋਂ ਅਗਰ ਉਹ ਮੈਡੀਸਨ ਨਹੀਂ ਕੰਮ ਕਰ ਰਹੀ ਹੋਰ ਕਿਹੜੀ ਮੈਡੀਸਨ ਐਡ ਕਰਨੀ ਹੈ। ਸੋ ਅਗਰ ਤੁਸੀਂ ਇਹ ਸਭ ਸੋਚ ਕੇ ਨਹੀਂ ਚੱਲੋਗੇ हेयर ट्रांसप्लांट कराना बेवकूफ़ी है। यू विल बी फ्रस्ट्रेटेड ऑल योर लाइफ। कई डॉक्टर एडवाइस करते हैं, तुसी यूट्यूब ते वेख्या होना कि साडे इत्थे फिनेस्टाइड तो बिना हेयर ट्रांसप्लांट हो जाता है। दिस इज़ नॉट साइंटिफिक टॉक। बॉल्डनेस दी साइंस अगर तुसी पढ़ोगे तो बॉल्डनेस इज़ बिकॉज ऑफ द इफेक्ट ऑफ DHT ऑन योर हेयर एंड दिस DHT हैज़ टू बी ब्लॉक्ड बाय यूज़ ऑफ ओरल फिनेस्टाइड। अगर तुसी ब्लॉक नहीं करोगे तो वाल तो उग जाएंगे, 2 साल बाद सारे झड़ जाएंगे जिस तरह इस पेशेंट विच होया है। सो दिस इज़ नॉट साइंटिफिक टॉक। स्वीट टॉक दे नाल वाल रुकनों नहीं हटदे। स्वीट टॉक इज़ नॉट अ DHT ब्लॉकर। मिठियां बोलियां ठीक लगदियां ने पर मिठियां बोलियां DHT ब्लॉकर नहीं हन। मिठियां बोलियां ओरल फिनेस्टाइड की जगह कदी नहीं लै सकदियां। ये तुसी पल्ले बन लो। जिस तरह किडनी ट्रांसप्लांट इम्यूनोसप्रेसिव ड्रग्स के बिना नहीं हो सकता, उस तरह मेल पैटर्न बॉल्डनेस अगर तुसी सिख पैटर्न ट्रैक्शन एलोपेशिया की गल करते हो वो अलग है। अगर सिख पैटर्न ट्रैक्शन एलोपेशिया जिहदे नाल मेल पैटर्न बॉल्डनेस जुड़िया होया है या मेल पैटर्न बॉल्डनेस अलोन will never be able to sustain itself, especially if done at young age without the support of DHT blockers, and the best DHT blocker is oral finasteride. If you do not understand this, you will continue to go from one hair transplant clinic to the other all your life and still remain dissatisfied and dejected and depressed. Because a failed hair transplant affects your mind, affects your body image, affects your personality, and it also affects how people see you. एक होर गल जाननी जरूरी है कि सिख पैटर्न ट्रैक्शन एलोपेशिया दी बेसिक कारण की है। कॉन्स्टेंट पुल, मैकेनिकल पुल वालों की जिहड़ी कि काफ़ी वरियां तो रहिंदी आ, वाल टाइट जूड़े करके खिंचे जाते हैं हौली 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 और ये खिंच करके काफ़ी स्कार टिशू बन जाता है। एज इट इज़ हेयर ट्रांसप्लांट काफ़ी डिफिकल्ट है इन सिख पैटर्न ट्रैक्शन एलोपेशिया बिकॉज ये नरम स्किन नहीं होंदा, ये पोला स्किन नहीं होंदा जिस तरह आम मेल पैटर्न बॉल्डनेस विच होंदा वर्जिन स्किन। ये स्कार्ड स्किन है, इहदे विच स्कारिंग हुई हुई है। हुण अगर तुसी हेयर ट्रांसप्लांट कराओ और वो फेल हो जाए, ये स्कारिंग वधेगी कि घटेगी? ये स्कारिंग 5 गुना होर वध जाएगी। सो सबसिक्वेंट रिविजन्स, सबसिक्वेंट करेक्शंस, subsequent repairs of hair transplant in sick pattern traction alopecia, mind you, will make matters worse. It is very difficult to correct sick pattern traction alopecia unlike male pattern baldness hair transplant patients. So sick pattern traction alopecia जो कि already scar tissue है, ਉਹਦੇ ਤੋਂ ਬਾਅਦ ਉਹ ਫੇਲ ਹੋ ਜਾਂਦਾ ਹੈ ਤੇ ਦੇਖੋ ਕਿੰਨੀ ਸਾਰੀ ਸਕਾਰਿੰਗ ਵੱਧ ਜਾਂਦੀ ਹੈ। ਉਹ ਜਿਸ ਤਰ੍ਹਾਂ ਕਹਿੰਦੇ ਨੇ ਕਿ ਕਰੇਲਾ ਉਹ ਵੀ ਨੀਮ ਚੜਾ, ਉਹੋ ਹੀ ਹਾਲ ਹੋ ਜਾਂਦਾ ਇਹਦੇ ਵਿੱਚ। Matters go from bad to worse. It is the most difficult hair transplant correcting sick pattern traction alopecia. The first chance of doing a hair transplant is the best chance in boys who are suffering from sick pattern traction alopecia. So सारी गल रिवॉल्व होके होंदी है कि तानू consultation, the time you spend with your doctor before your first hair transplant is very important. डॉक्टर नू ताड़ा hair loss समझना है, डॉक्टर नू देखना है कि कोई accompanying male pattern baldness तो नहीं है। जो डॉक्टर तानू hair transplant तो पहला टाइम नहीं दिंदा, उन्हें तानू during the procedure after the payment is made अपनी शक्ल नहीं दिखानी। Leave alone follow up or medical treatment or tweaking medical treatment or follow up care, because most clinics today are franchise clinics and they are commercial clinics. Their purpose, sole purpose is to earn revenue and they see themselves in this role. But अगर तुसी ये सब समझदे हो, जिहड़ी भी clinic तुसी select करदे हो, अगर तुसी ये वाले points जिहड़े मैं दिखाए ने, एक वीडियो बनाया मैं, अगर उन्होंने तुसी एक बार वेखो, जिहड़ी मर्जी क्लिनिक तुसी चले जाओ, you will be able to ensure that your interests are above the interests of your clinic, the clinic that you choose. You can choose any clinic in the world, but as long as you follow these principles, you will be in safe hands. So इस वीडियो में मैं ਤੁਹਾਨੂੰ ਸਾਰਾ ਆਪਣਾ ਪ੍ਰੋਸੀਜਰ ਸਮਝਾਇਆ ਹੈ, ਕਿਸ ਤਰ੍ਹਾਂ ਅਸੀਂ ਕੰਸਲਟੇਸ਼ਨ ਕਰਦੇ ਹਾਂ, ਕਿਸ ਤਰ੍ਹਾਂ ਪੇਸ਼ੈਂਟ ਦੇ ਨਾਲ ਪਹਿਲਾਂ ਅਸੀਂ ਪ੍ਰੀ ਆਪਰੇਟਿਵ ਕੰਸਲਟੇਸ਼ਨ ਆਨਲਾਈਨ ਕਰਦੇ ਹਾਂ ਅਗਰ ਉਹ ਸ਼ਹਿਰ ਤੋਂ ਬਾਹਰ ਦੇ ਨੇ, ਪੰਜਾਬ ਦੇ ਨੇ ਜਾਂ ਵੱਖ-ਵੱਖ ਇਲਾਕਿਆਂ ਦੇ ਨੇ ਵਰਲਡ ਵਿੱਚ। ਤੇ ਜਦੋਂ ਇੱਕ ਦਿਨ ਪਹਿਲਾਂ ਉਹ ਆਉਂਦੇ ਨੇ, we do a detailed consultation and this is repeated the next day, that is on the morning of the surgery. ਪੂਰੀ ਡਿਟੇਲ 'ਚ ਵਿਸਤਾਰਪੂਰਵਕ ਕੰਸਲਟੇਸ਼ਨ ਹੁੰਦੀ ਹੈ
ਪੇਸ਼ੈਂਟ ਨੂੰ ਪੂਰਾ ਸੈਟੀਸਫਾਈ ਕੀਤਾ ਜਾਂਦਾ ਹੈ ਔਰ ਇੱਕ ਪਲਾਨ ਬਣਾਇਆ ਜਾਂਦਾ ਹੈ। ਇਹ ਸਿਰਫ हेयर ट्रांसप्लांट नहीं है, ਪਲਾਨ ਬਣਾਇਆ ਜਾਂਦਾ ਹੈ ਫॉर द नेक्स्ट 3 ਇਅਰਸ 5 ਇਅਰਸ 10 ਇਅਰਸ ਕਿ ਅੱਗੇ ਕਿਸ ਤਰ੍ਹਾਂ ਅਸੀਂ ਮੈਡੀਸਿਨ ਦੇਣੀ ਆ ਕਿ ਨਹੀਂ ਦੇਣੀ। ਇਹਦੇ 'ਚ ਅਸੀਂ ਦਿਖਾਇਆ ਹੈ ਕਿ ਪੂਰੀ ਕਿਸ ਤਰ੍ਹਾਂ ਪੇਸ਼ੈਂਟ ਦੀ ਟ੍ਰਿਮਿੰਗ ਹੁੰਦੀ ਹੈ, ਕਿਸ ਤਰ੍ਹਾਂ ਪੇਸ਼ੈਂਟ ਨੂੰ ਕਲੀਨ ਕੀਤਾ ਜਾਂਦਾ ਹੈ, ਕਿਸ ਤਰ੍ਹਾਂ ਪੇਸ਼ੈਂਟ ਨੂੰ ਐਨੈਸਥੀਸੀਆ ਦਿੱਤਾ ਜਾਂਦਾ ਹੈ, who gives the anesthesia and whose role is what in the process। हेयर ट्रांसप्लांट ਦੇ ਜ਼ਿਆਦਾਤਰ ਸਟੈਪਸ ਮੈਂ ਆਪਣੀ ਕਲੀਨਿਕ 'ਚ ਖੁਦ ਕਰਦਾ ਹਾਂ। The entire harvesting is done by me। The harvesting takes in moderate cases about 1 to 2 hours। ਉਹਦੇ ਤੋਂ ਬਾਅਦ ਪੇਸ਼ੈਂਟ ਨੂੰ ਟਰਨ ਅਰਾਊਂਡ ਕਰਕੇ ਉਹਨੂੰ ਐਨੈਸਥੀਸੀਆ ਦੇਈਦਾ ਹੈ। Then he goes for a short break and after that we make slits। ਇੱਕ ਵਾਰ ਸਲਿਟਸ ਬਣ ਜਾਂਦੇ ਨੇ ਤੇ ਫਿਰ ਟੀਮ ਟੇਕ ਓਵਰ ਕਰਕੇ ਪਲਾਂਟੇਸ਼ਨ ਕਰਦੀ ਹੈ, ਜਿਹਦੇ ਵਿੱਚ ਕਿ ਮੇਰੇ ਅਸਿਸਟੈਂਟਸ ਨੇ, ਡਾਕਟਰ ਆਕਾਂक्षा ਭੱਟੀ ਨੇ, ਇਹ ਸਾਰੇ ਅਸਿਸਟ ਕਰਦੇ ਨੇ ਔਰ ਇਹ ਅਰਾਊਂਡ 2 to 3 ਆਵਰਸ ਦਾ ਪ੍ਰੋਸੈਸ ਹੁੰਦਾ ਹੈ। ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਜਿਹੜੇ ਵਾਲ ਕੱਢੇ ਗਏ ਨੇ ਉਹ 4 ਘੰਟੇ ਦੇ ਅੰਦਰ ਅੰਦਰ ਤੁਹਾਡੇ ਸਿਰ 'ਚ ਵਾਪਸ ਆ ਜਾਣੇ ਚਾਹੀਦੇ ਨੇ ਟੂ ਇਨਸ਼ੋਰ ਦੈਟ ਦ हेयर ग्रोथ इज गुड। और इस वास्ते साडी एनाजन Q+ technique, which is a direct hair method of hair transplant, has proven to be very successful in giving good hair transplant results with minimal wastage of grafts after transplantation। साडी एनाजन Q+ technique ਦੇ ਵੀਡੀਓ ਨੇ ਡਿਸਕ੍ਰਿਪਸ਼ਨ ਵਿੱਚ ਵੀ ਮੈਂ ਪਾਇਆ ਹੈ, ਉਹਨੂੰ ਜ਼ਰੂਰ ਦੇਖੋ। ਸੋ ਇਹ ਜਾਨਣਾ ਜ਼ਰੂਰੀ ਹੈ ਕਿ ਡਾਕਟਰ ਤੁਹਾਡਾ ਜੋ ਹੈ he should give you a lot of time, he should be able to chart a course of medical treatment after your hair transplant if you need it। The doctor should remember your name। ਅਗਰ ਤੁਸੀਂ ਫੋਨ ਕਾਲ ਕਰੋਗੇ ਜੀ ਮੈਂ ਇਹ ਬੋਲ ਰਿਹਾ ਔਰ ਮੈਂ ਤੁਹਾਡੇ ਕੋਲੋਂ ਇਸ ਦਿਨ हेयर ट्रांसप्लांट कराया सी, डॉक्टर ਨੂੰ ਤੁਹਾਡਾ ਨਾਂ ਯਾਦ ਹੋਣਾ ਚਾਹੀਦਾ ਹੈ। ਜੇ ਡਾਕਟਰ ਨੂੰ ਤੁਹਾਡਾ ਨਾਂ ਯਾਦ ਨਹੀਂ ਹੈ, ਅਗਰ ਡਾਕਟਰ 4 ਤੋਂ 5 ਕੇਸ ਰੋਜ਼ ਕਰਦਾ ਹੈ, ਇਹ ਬੜਾ ਮੁਸ਼ਕਲ ਹੋ ਜਾਂਦਾ ਹੈ। ਫਿਰ ਅਗਰ ਡਾਕਟਰ ਨੂੰ ਤੁਹਾਡਾ ਨਾਂ ਯਾਦ ਨਹੀਂ ਹੈ, ਅਗਰ ਡਾਕਟਰ ਤੁਹਾਨੂੰ ਕੋਈ ਰਾਈਟਿੰਗ ਵਿੱਚ ਮਟੀਰੀਅਲ ਨਹੀਂ ਦਿੰਦਾ, ਡਿਸਚਾਰਜ ਸਲਿੱਪ ਨਹੀਂ ਦਿੰਦਾ, ਤੁਸੀਂ ਕਿੱਥੋਂ ਫਾਲੋ ਅਪ ਕਰੋਗੇ? ਡਾਕਟਰ 4-5 ਕੇਸ ਕਰਦਾ, ਤੁਸੀਂ ਅਗਲੇ ਦਿਨ ਆਓ, ਡਾਕਟਰ ਨੂੰ ਤੁਹਾਡਾ ਨਾਂ ਨਹੀਂ ਯਾਦ ਹੋਏਗਾ। ਸੋ ਟੂ ਗੈਟ ਪਰਸਨਲਾਈਜ਼ਡ हेयर ट्रांसप्लांट should be your aim। Otherwise, you have to be very lucky in this field to get a great hair transplant, and that will happen only if your gene has switched off, which is very rare in the 25 to 35 years age group। So ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਪੱਲੇ ਬੰਨ ਲਓ, you will never be unhappy। ਔਰ ਅਗਰ ਤੁਹਾਡੇ ਕੋਲ ਕੋਈ question ਹੈ, any question you want to ask about hair transplant, hair loss in general, sick point interaction alopecia, I am always there to help you। ਤੁਸੀਂ ਬਸ ਇੱਕ comment section ਵਿੱਚ ਪਾ ਦਿਓ and I'll reply back to you the same day। Have a nice day। ਸਤਿ ਸ਼੍ਰੀ ਅਕਾਲ।